ਲੜੀਵਾਰ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਸਰੂਪ ਦੀ ਆਪ ਜੀ ਸਰਵਣ ਕਰ ਰਹੇ ਹੋ। ਰਾਗ ਸੂਹੀ ਹੈ। ਸ਼ਬਦ ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚੱਲ ਰਹੇ ਹਨ। ਛੰਤ ਹਨ ਰਾਗ ਸੂਹੀ ਦੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਰਸਨਾ ਪਵਿੱਤਰ ਕਰਦੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੰਗਲਾਚਰਨ ਕਰਦੇ ਹਨ। ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਵਿਧਾਤਾ ਜੀ ਇੱਕ, ਉਹ ਇੱਕ ਹੈ। ਓੰਕਾਰ ਜੋ ਸਭ ਦੀ ਉਤਪਤੀ ਕਰਨੇ ਵਾਲਾ, ਪਾਲਣਾ ਕਰਨ ਵਾਲਾ ਤੇ ਸੰਘਾਰ ਕਰਨ ਵਾਲਾ ਹੈ। ਤ੍ਰਈ ਕਾਲ ਸਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਵਰੂਪ ਹੈ। ਪਹਿਲਾਂ ਵੀ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਰਹੇਗਾ। ਚੇਤਨ ਹੈ ਕਿਉਂਕਿ ਸੁਣਦਾ ਵੀ ਹੈ, ਵੇਖਦਾ ਵੀ ਹੈ ਤੇ ਬੋਲਦਾ ਵੀ ਹੈ। ਔਰ ਸਦਾ ਆਨੰਦ ਸਵਰੂਪ ਹੈ। ਉਹਦੇ ਘਰ ਵਿੱਚ ਸਦਾ ਆਨੰਦ ਤੇ ਖੇੜਾ ਬਣਿਆ ਰਹਿੰਦਾ, ਵਿਗਾਸ ਬਣਿਆ ਰਹਿੰਦਾ। ਇਸ ਕਰਕੇ ਉਹਨੂੰ ਕਹਿੰਦੇ ਨੇ ਪ੍ਰਸਾਦ। ਹਾਂਜੀ। ਰਾਗ ਸੂਹੀ ਸ਼ੰਤ ਮਹੱਲਾ ਪਹਿਲਾ। ਰਾਗ ਸੂਹੀ ਹੈ। ਛੰਤ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਦੇ ਉਚਾਰਨ ਕੀਤੇ ਹੋਏ ਨੇ। ਔਰ ਘਰ ਚੌਥੇ ਦੇ ਵਿੱਚ ਇਹਨਾਂ ਪਵਿੱਤਰ ਛੰਤਾਂ ਨੂੰ ਗਾਇਨ ਕਰਨ ਦਾ ਹੁਕਮ ਹੈ। ਇਹ ਪਾਵਨ ਛੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਕ ਨੰਬਰ 765 ਤੇ ਸੁਭਾਏਮਾਨ ਹਨ। ਹਾਂਜੀ। ਜਿਨ ਕੀਆ ਤਿਨ ਦੇਖਿਆ, ਜਗ ਧੰਦੜਾ ਲਾਇਆ। ਜਿਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੇ ਕੀਤਾ ਇਹ ਜਗਤ, ਉਹ ਕਰਕੇ ਫਿਰ ਸਾਰੇ ਜਗਤ ਦੇ ਜੀਆਂ ਨੂੰ ਵੇਖਦਾ ਵੀ ਹੈ, ਯਾਨੀ ਕਿ ਸਭ ਦੀ ਸੰਭਾਲ ਵੀ ਕਰਦਾ। ਕਰਕੇ ਬਣਾ ਕੇ ਫਿਰ ਸਭ ਨੂੰ ਵੇਖਦਾ ਵੀ ਹੈ। ਜਿਨ ਕੀਆ ਤਿਨ ਦੇਖਿਆ। ਸੰਸਾਰ ਦੇ ਵਿੱਚ ਅਸੀਂ ਜਦੋਂ ਇਸ ਪ੍ਰਕਿਰਤੀ ਵਿੱਚ ਵਿਚਰਦੇ ਹਾਂ, ਵੇਖਦੇ ਹਾਂ, ਬਹੁਤ ਕੁਝ ਲੋਕ ਕਰਦੇ ਨੇ, ਸਰਕਾਰਾਂ ਕਰਦੀਆਂ ਨੇ, ਬੰਦੇ ਕਰਦੇ ਹੈ। ਕਰਨ ਤੋਂ ਬਾਅਦ ਮੁੜ ਕੇ ਨਹੀਂ ਵੇਖਦੇ ਉੱਥੇ ਕੀ ਹੋਇਆ, ਕੀ ਬਣਿਆ। ਪਰ ਆਰੰਭ ਵੇਲੇ ਬੜੇ ਜ਼ੋਰਾਂ ਸ਼ੋਰਾਂ ਨਾਲ ਕੀਤਾ। ਕਈਆਂ ਨੇ ਬੜੇ ਬੜੇ ਬੂਟੇ ਦਰਖਤ ਲਾਏ, ਮੁੜ ਕੇ ਉਹਨਾਂ ਬੂਟਿਆਂ ਦਰਖਤਾਂ ਦਾ ਬਾਅਦ ਵਿੱਚ ਕੀ ਬਣਿਆ ਨਹੀਂ ਵੇਖਿਆ। ਬਹੁਤ ਕੁਝ ਬਣਾਇਆ ਕਿ ਆਹ ਚੀਜ਼ ਅਸੀਂ ਕਰ ਰਹੇ ਹਾਂ, ਬਣਾ ਰਹੇ ਹਾਂ, ਮੁੜ ਕੇ ਉਹਨਾਂ ਦੀ ਸੰਭਾਲ ਨਹੀਂ। ਪਰ ਨਿਰੰਕਾਰ ਦੀ ਪ੍ਰਕਿਰਤੀ ਵਿੱਚ ਅਕਾਲ ਪੁਰਖ ਦੀ ਜਿਹੜੀ ਖੇਡ ਹੈ ਨਾ, ਉਹਦੇ ਵਿੱਚ ਐਸਾ ਨਹੀਂ ਹੁੰਦਾ। ਉਸਨੇ ਜੋ ਕੀਤਾ ਸਭ ਨੂੰ ਕਰਕੇ ਫਿਰ ਸਭ ਨੂੰ ਵੇਖਦਾ ਵੀ ਹੈ। ਐਸਾ ਨਹੀਂ ਵੀ ਇੱਕ ਵਾਰੀ ਕਰ ਦਿੱਤੇ, ਬਣਾ ਦਿੱਤੇ ਤੇ ਮੁੜ ਕੇ ਉਹਨਾਂ ਦੀ ਸਾਰ ਨਹੀਂ। ਜਿੰਨੇ ਸੰਸਾਰ ਦੇ ਜੀ ਪਰਮੇਸ਼ਰ ਨੇ ਕੀਤੇ ਨੇ, ਜੋ ਕੁਝ ਵੀ ਇਹ ਸੰਸਾਰ ਵਿੱਚ ਪਰਮੇਸ਼ਰ ਦਾ ਕੀਤਾ, ਕਿਉਂਕਿ ਸਾਰਾ ਕੁਝ ਉਸੇ ਦਾ ਕੀਤਾ ਹੋਇਆ, ਕਰਕੇ ਫਿਰ ਉਹ ਸਾਰਿਆਂ ਨੂੰ ਵੇਖਦਾ। ਕਰ ਕਰ ਵੇਖੈ, ਕਰ ਕਰਕੇ ਫਿਰ ਵੇਖਦਾ। ਜਿਨ ਕੀਆ ਤਿਨ ਦੇਖਿਆ, ਜਗ ਧੰਦੜਾ ਲਾਇਆ। ਇਹ ਜਗਤ ਦੇ ਜਿੰਨੇ ਜੀ ਨੇ ਨਾ, ਸਾਰਿਆਂ ਨੂੰ ਧੰਦਿਆਂ ਵਿੱਚ ਉਸੇ ਨੇ ਲਾਇਆ ਹੋਇਆ। ਕਈ ਤਰ੍ਹਾਂ ਦੇ ਧੰਦਿਆਂ ਵਿੱਚ ਸੰਸਾਰ ਦਾ ਹਰ ਇੱਕ ਜੀਵ, ਹਰ ਇੱਕ ਪ੍ਰਾਣੀ ਪਰਮੇਸ਼ਰ ਨੇ ਕਿਸੇ ਨਾ ਕਿਸੇ ਕਾਰੇ ਲਾਇਆ ਕਿ ਨਹੀਂ ਲਾਇਆ। ਕੱਲੇ ਮਨੁੱਖ ਤਾਂ ਨਹੀਂ ਕਾਰੇ ਲੱਗੇ ਹੋਏ। ਜਿੰਨੇ ਜੀਵ ਜੰਤੂ ਨੇ ਉਹ ਵੀ ਕਿਸੇ ਨਾ ਕਿਸੇ ਆਰ ਚ ਲਾਏ ਹੋਏ ਨੇ। ਉਹ ਵੀ ਕਿਸੇ ਨਾ ਕਿਸੇ ਕੰਮ ਦੇ ਵਿੱਚ, ਕਿਸੇ ਨਾ ਕਿਸੇ ਪ੍ਰਕਿਰਿਆ ਵਿੱਚ ਲਾਏ ਹੋਏ ਨੇ ਨਾ। ਇਸ ਕਰਕੇ ਸਾਰੇ ਸੰਸਾਰ ਦੇ ਜੀਆਂ ਨੂੰ, ਜਗਤ ਦੇ ਜੀਆਂ ਨੂੰ ਵਾਹਿਗੁਰੂ ਨੇ ਧੰਦੜੇ ਵਿੱਚ ਲਾਇਆ ਹੋਇਆ ਹੈ। ਦਾਨ ਤੇਰਾ ਘਟ ਚਾਨਣ, ਧਨ ਚੰਦ ਦੀਪ ਆਇਆ। ਇਹ ਵਾਹਿਗੁਰੂ ਜੀ ਤੁਹਾਡਾ ਦਿੱਤਾ ਹੋਇਆ ਜਿਹੜਾ ਦਾਨ ਹੈ ਨਾ ਆਤਮਾ ਦਾ, ਹਰ ਇੱਕ ਜੀਵ ਨੂੰ ਪਰਮੇਸ਼ਰ ਨੇ ਆਪਣੀ ਆਤਮਾ ਦਾ ਦਾਨ ਦਿੱਤਾ, ਆਪਣੀ ਚੇਤਨਤਾ ਦਾ ਦਾਨ ਦਿੱਤਾ। ਔਰ ਇਹ ਚੇਤਨਤਾ ਦਾ ਦਾਨ ਰੂਪੀ ਚਾਨਣਾ ਹਰ ਘਟ ਦੇ ਵਿੱਚ ਹੈ। ਜਿੰਨੇ ਸਰੀਰ ਨੇ
ਇਹਨਾਂ ਸਰੀਰਾਂ ਵਿੱਚ ਜਿਹੜੀ ਚੇਤਨਾ ਹੈ, ਚਾਨਣਾ ਹੈ, ਪ੍ਰਕਾਸ਼ ਹੈ, ਇਹ ਪ੍ਰਮਾਤਮਾ ਦਾ ਦਿੱਤਾ ਹੋਇਆ ਦਾਨ ਹੈ। ਜਦੋਂ ਉਹਨੂੰ ਪਾਉਣਾ ਉਹਨੇ ਵਾਪਸ ਲੈ ਲੈਣਾ। ਦਾਨ ਦਿੰਦਾ ਵੀ ਹੈ ਤੇ ਲੈ ਵੀ ਲੈਂਦਾ। ਇਹ ਸੰਸਾਰ ਦੇ ਜਿੰਨੇ ਵੀ ਜੀਵ ਜੰਤ ਨੇ, ਇਹਨਾਂ ਵਿੱਚ ਜਿਹੜਾ ਚਾਨਣਾ ਹੈ, ਭਾਵ ਜਿਹੜੀ ਚੇਤਨਾ ਸਾਡੇ ਸਾਰਿਆਂ ਵਿੱਚ, ਅਸੀਂ ਸੁਣ ਸਕਦੇ ਹਾਂ, ਵੇਖ ਸਕਦੇ ਹਾਂ, ਬੋਲ ਸਕਦੇ ਹਾਂ, ਇਹ ਜਿਹੜੀ ਸਾਡੇ ਅੰਦਰ ਇਹ ਚੇਸ਼ਟਾ ਕਰ ਰਹੀ ਹੈ ਆਤਮਾ ਚੇਤਨਾ, ਇਹ ਚੇਤਨਾ ਪ੍ਰਮਾਤਮਾ ਦਾ ਦਿੱਤਾ ਹੋਇਆ ਸਾਡੀ ਇਸ ਕਾਇਆ ਵਿੱਚ ਦਾਨ ਹੈ। ਇਹ ਚਾਨਣਾ ਹੈ। ਏਦਾਂ ਕਹਿ ਸਕਦੇ ਹਾਂ ਪ੍ਰਮਾਤਮਾ ਨੇ ਸਾਡੇ ਇਸ ਸਰੀਰ ਵਿੱਚ ਇਹ ਆਪਣਾ ਚੰਨ ਚਾੜਿਆ ਹੋਇਆ, ਚੰਦਰਮਾ। ਇਹ ਚੰਦਰਮਾ ਦਾ ਦੀਵਾ ਉਹਨੇ ਸਾਡੇ ਅੰਦਰ ਦਿਪਾਇਆ, ਜਾਂ ਕਹੀਏ ਚੰਦ ਦਾ ਚਾਨਣਾ ਕੀਤਾ ਹੋਇਆ। ਇਹ ਆਤਮਾ ਦੇ ਸਰੂਪ ਦਾ ਚਾਨਣਾ ਸਾਡੇ ਸਾਰਿਆਂ ਦੇ ਸਰੀਰਾਂ ਵਿੱਚ ਕੀਤਾ ਹੋਇਆ। ਚੰਦੋ ਦੀਪਾਇਆ ਦਾਨ ਹਰ ਕੈ, ਦੁੱਖ ਅੰਧੇਰਾ ਉੱਠ ਗਿਆ। ਜਿਤਨੇ ਸੰਸਾਰ ਦੇ ਜੀ ਨੇ ਉਹਨਾਂ ਵਿੱਚ ਜਿਹੜਾ ਇਹ ਆਤਮਾ ਦਾ ਚਾਨਣਾ ਹੈ, ਇਹ ਆਤਮਾ ਦੇ ਚਾਨਣੇ ਦਾ ਪ੍ਰਕਾਸ਼ ਕੀਤਾ ਪਰਮੇਸ਼ਰ ਨੇ, ਉਹਦਾ ਦਾਨ ਹੈ ਨਾ ਇਹ ਅਕਾਲ ਪੁਰਖ ਦਾ। ਇਸ ਦਾਨ ਦਾ ਫਲ ਇਹ ਹੈ ਕਿ ਜਿਨ੍ਹਾਂ ਦੇ ਅੰਦਰ ਇਹ ਚਾਨਣਾ ਸਾਖਸ਼ਾਤਕਾਰ ਹੋ ਜਾਂਦਾ ਹੈ, ਜਿਹੜੇ ਜਾਣ ਲੈਂਦੇ ਨੇ ਕਿ ਮੈਂ ਆਤਮਾ ਦਾ ਸਰੂਪ ਆ, ਸਰੀਰ ਨਹੀਂ ਹਾਂ। ਪਾਤਸ਼ਾਹ ਕਹਿੰਦੇ ਉਹਨਾਂ ਦੇ ਅੰਦਰੋਂ ਦੁੱਖ ਦਾ ਜਿਤਨਾ ਅੰਧਕਾਰ ਹੈ ਨਾ, ਹਨੇਰਾ, ਅਗਿਆਨਤਾ ਦਾ ਹਨੇਰਾ ਜੋ ਦੁੱਖਮਈ ਹੈ, ਉਹ ਅੰਧਕਾਰ ਉਹਨਾਂ ਦੇ ਹਿਰਦੇ ਚੋਂ ਉੱਠ ਜਾਂਦਾ, ਚਲਾ ਜਾਂਦਾ, ਜਦੋਂ ਜਾਣ ਲੈਂਦੇ ਨੇ ਕਿ ਸਾਡੇ ਅੰਦਰ ਆਤਮਾ ਦਾ ਚਾਨਣ ਹੈ, ਆਤਮਾ ਦਾ ਪ੍ਰਕਾਸ਼ ਹੈ, ਔਰ ਮੈਂ ਆਤਮਾ ਹਾਂ। ਅਹੰ ਆਤਮਾ, ਮੈਂ ਆਤਮਾ ਸਰੂਪ ਹਾਂ। ਜਿਨ੍ਹਾਂ ਜਾਣ ਲਿਆ ਕਿ ਪ੍ਰਮਾਤਮਾ ਦੀ ਅੰਸ਼ ਹੈ, ਅਕਾਲ ਪੁਰਖ ਦਾ ਦਾਨ ਹੈ, ਉਸੇ ਨੇ ਆਪਣੀ ਅੰਸ਼ ਸਾਡੇ ਵਿੱਚ ਰੱਖੀ ਹੋਈ ਹੈ, ਤਾਂ ਫਿਰ ਅੰਦਰੋਂ ਜਿਤਨਾ ਅੰਧਕਾਰ ਹੈ, ਅਗਿਆਨਤਾ ਦਾ ਹਨੇਰਾ ਹੈ, ਜੋ ਦੁੱਖਮਈ ਹੈ, ਮਹਾਰਾਜ ਜੀ ਕਹਿੰਦੇ ਉਹ ਦੁੱਖਮਈ ਹਨੇਰਾ ਹਿਰਦੇ ਚੋਂ ਉੱਠ ਜਾਂਦਾ, ਚਲਾ ਜਾਂਦਾ ਹੈ। ਗੁਣ ਜੰਜ ਲਾੜੇ ਨਾਲ ਸੋਹੈ, ਪਰਖ ਮੋਹਣੀਐ ਲਿਆ। ਲਾੜੇ ਬਿਨਾ ਜੰਜ ਤਾਂ ਨਹੀਂ ਸੁਣਦੀ। ਜੇ ਲਾੜਾ ਨਹੀਂ ਤੇ ਫਿਰ ਜੰਜ ਕਿਹੜੇ ਕੰਮ ਦੀ। ਜਿੱਡੀ ਵੱਡੀ ਮਰਜ਼ੀ ਸੁੰਦਰ ਸਰੂਪ ਬਣ ਕੇ ਜੰਜ ਆਵੇ, ਕਈ ਤਰ੍ਹਾਂ ਦੇ ਭਾਂਤ ਭਾਂਤ ਦੇ ਬਸਤਰ ਰੰਗ ਸਰੂਪ ਬਣਾ ਕੇ ਜੰਜ ਆਵੇ, ਜੇ ਲਾੜਾ ਨਹੀਂ ਤੇ ਫਿਰ ਉਹ ਜੰਜ ਕਿਸ ਕੰਮ ਦੀ। ਪਾਤਸ਼ਾਹ ਕਹਿੰਦੇ ਜਿੰਨੇ ਸ਼ੁਭ ਗੁਣ ਨੇ ਨਾ ਸੰਸਾਰ ਦੇ, ਇਹ ਜੰਜ ਹੈ। ਔਰ ਇਹ ਗੁਣਾਂ ਦੀ ਜੰਜ ਪਰਮਾਤਮਾ ਰੂਪੀ ਲਾੜੇ ਨਾਲ ਸੋਭਦੀ ਹੈ। ਜੇ ਉਹ ਲਾੜਾ ਨਾਲ ਨਹੀਂ ਹੈ ਤਾਂ ਫਿਰ ਇਹ ਗੁਣ ਕਿਸੇ ਕੰਮ ਦੇ ਨਹੀਂ। ਅਕਸਰ ਬੰਦੇ ਕਹਿੰਦੇ ਆ ਨਾ, ਗੁਣ ਹੋਣੇ ਚਾਹੀਦੇ ਨੇ ਜੀ, ਰੱਬ ਰੱਬ ਕਰਨ ਨਾਲ ਕੀ ਹੁੰਦਾ ਹੈ। ਪਾਤਸ਼ਾਹ ਕਹਿੰਦੇ ਭਾਈ ਉਹ ਗੁਣਾਂ ਦੀ ਜੰਜ ਤਾਂ ਸੋਭੇਗੀ ਜੇ ਪ੍ਰਮਾਤਮਾ ਰੂਪੀ ਲਾੜਾ ਨਾਲ ਹੈ। ਪਰ ਇਹ ਗੱਲ ਮੋਹਣੀਆਂ ਨੇ ਪਰਖੀ ਹੈ, ਜਿਹੜੇ ਜਗਿਆਸੂ ਨੇ ਉਹਨਾਂ ਨੇ ਇਸ ਗੱਲ ਨੂੰ ਪਰਖਿਆ ਕਿ ਗੁਣਾ ਰੂਪੀ ਜੰਜ ਦੇ ਨਾਲ ਉਹ ਪਤੀ ਪਾਰ ਬ੍ਰਹਮ ਪਰਮੇਸ਼ਰ ਰੂਪੀ ਲਾੜਾ ਸੋਭਦਾ ਹੈ, ਕਿਉਂਕਿ ਉਹਦੇ ਤੋਂ ਬਿਨਾਂ ਇਹ ਜੰਜ ਹੋ ਹੀ ਨਹੀਂ ਸਕਦੀ। ਇਹ ਗੱਲ ਮੋਹਣੀਆਂ ਨੇ, ਯਾਨੀ ਕਿ ਜਿਹੜੀਆਂ ਜਗਿਆਸੂ ਜੀਵ ਰੂਪੀ ਇਸਤਰੀਆਂ ਨੇ, ਉਹਨਾਂ ਨੇ ਪਰਖਿਆ ਹੈ। ਵਿਵਾਹੋ ਹੋਆ ਸੋਭ ਸੇਤੀ, ਪੰਜ ਸ਼ਬਦੀ ਆਇਆ। ਜਿਨ੍ਹਾਂ ਨੇ ਇਹ ਗੱਲ ਪਰਖ ਲਈ, ਉਹਨਾਂ ਜੀਵ ਰੂਪੀ ਇਸਤਰੀਆਂ ਦਾ ਵਿਆਹ ਹੋ ਗਿਆ ਪਰਮੇਸ਼ਰ ਨਾਲ, ਪਤੀ ਨਾਲ ਮਿਲਾਪ ਹੋ ਗਿਆ। ਵਿਆਹ ਦਾ ਮਤਲਬ ਮੇਲ ਹੋ ਗਿਆ। ਪੰਜ ਸ਼ਬਦੀ ਆਇਆ, ਕਦੋਂ ਹੋਇਆ ਮੇਲ? ਜਦੋਂ ਸਤਿਪੁਰਸ਼ਾਂ ਮਹਾਂਪੁਰਸ਼ਾਂ ਦੇ ਉਪਦੇਸ਼ ਵਿੱਚ ਆਏ। ਪੰਚ ਦਾ ਇੱਥੇ ਅਰਥ ਹੈ ਮਹਾਂਪੁਰਸ਼ ਸੰਤ, ਸ਼ਬਦੀ ਦਾ ਮਤਲਬ ਉਹਨਾਂ ਦਾ ਉਪਦੇਸ਼। ਜਦੋਂ ਮਹਾਂਪੁਰਸ਼ਾਂ ਦੇ ਉਪਦੇਸ਼ ਦੀ ਕਮਾਈ ਕੀਤੀ ਨਾ ਇਸ ਜੀਵ ਰੂਪੀ ਇਸਤਰੀ ਨੇ, ਤੇ ਫਿਰ ਇਹਦਾ ਉਸ ਪਤੀ ਪਾਰ ਬ੍ਰਹਮ ਪਰਮੇਸ਼ਰ ਨਾਲ ਮੇਲ ਹੋ ਗਿਆ, ਅਕਾਲ ਪੁਰਖ ਦੇ ਨਾਲ ਮੇਲ ਹੋ ਗਿਆ। ਜਿਨ ਕੀਆ ਤਿਨ ਦੇਖਿਆ, ਜਗ ਤੰਦੜੈ ਲਾਇਆ। ਜਿਸ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਵਿਧਾਤੇ ਨੇ ਸਾਰਾ ਕੁਝ ਕੀਤਾ, ਉਹ ਕਰਕੇ ਫਿਰ ਸਭ ਨੂੰ ਵੇਖਦਾ, ਕਰਕੇ ਫਿਰ ਸਾਰਿਆਂ ਨੂੰ ਵੇਖਣ ਵਾਲਾ। ਸੰਸਾਰ ਦੇ ਜਿਤਨੇ ਜੀ ਨੇ
ਇਹ ਕਰਕੇ ਪਰਮੇਸ਼ਰ ਨੇ ਧੰਦਿਆਂ ਵਿੱਚ ਵੀ ਆਪ ਹੀ ਲਾਏ ਹੋਏ ਨੇ। ਹਉ ਬਲਿਹਾਰੀ ਸਾਜਨਾ ਨੀਤਾ ਅਵਰੀਤਾ। ਮੈਂ ਬਲਿਹਾਰ ਜਾਵਾਂ ਉਹਨਾਂ ਸੱਜਣਾ ਤੋਂ, ਉਹਨਾਂ ਮਿੱਤਰਾਂ ਤੋਂ ਜਿਨ੍ਹਾਂ ਮਿੱਤਰਾਂ ਦੀਆਂ ਰੀਤੀਆਂ ਸੰਸਾਰ ਨਾਲੋਂ ਨਿਰਾਲੀਆਂ ਨੇ। ਅਵਰੀਤਾ, ਅਵਰੀਤਾ ਦਾ ਮਤਲਬ ਜਿਹੜੇ ਸੰਸਾਰ ਨਾਲ ਨਹੀਂ ਮਿਲਦੇ, ਜਿਨ੍ਹਾਂ ਦੀਆਂ ਰਹੁ ਰੀਤੀਆਂ ਸੰਸਾਰ ਨਾਲ ਮੇਲ ਨਹੀਂ ਖਾਂਦੀਆਂ, ਜਿਨ੍ਹਾਂ ਨੂੰ ਮੇਰੇ ਪਾਤਸ਼ਾਹ ਕਹਿੰਦੇ ਭਗਤਾਂ ਦੀ ਚਾਲ ਜਿਹੜੀ ਆ ਉਹ ਸੰਸਾਰ ਦੇ ਜੀਆਂ ਨਾਲੋਂ ਨਿਰਾਲੀ ਹੈ। ਭਗਤਾਂ ਕੀ ਚਾਲ ਨਿਰਾਲੀ। ਉਹ ਜਿਹੜੇ ਰੱਬ ਦੇ ਪਿਆਰੇ ਹਨ ਉਹ ਮੇਰੇ ਮਿੱਤਰ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਜਿਨ੍ਹਾਂ ਦੀਆਂ ਹੋਰ ਰੀਤੀਆਂ ਹੀ ਉਹਨਾਂ ਕੋਲ ਜਾਈਏ ਨਾ ਤਾਂ ਉਹ ਕਹਿੰਦੇ ਆ ਭਾਈ ਭਜਨ ਕਰਿਆ ਕਰੋ, ਉਹ ਕਹਿੰਦੇ ਵੀ ਗੁਰਬਾਣੀ ਪੜ੍ਹਿਆ ਕਰੋ, ਉਹ ਕਹਿੰਦੇ ਆ ਸੰਗਤ ਕਰਿਆ ਕਰੋ, ਉਹ ਕਹਿੰਦੇ ਆ ਬਾਣੀ ਕੰਠ ਕਰਿਆ ਕਰੋ। ਸੰਸਾਰੀ ਬੰਦਿਆਂ ਕੋਲ ਜਾਈਏ ਉਹ ਆਪਣੇ ਸੰਸਾਰੀ ਰੋਣੇ ਧੋਣੇ ਰੋਂਦੇ ਆ, ਪਰ ਰੱਬ ਦੇ ਪਿਆਰਿਆਂ ਦੇ ਸੰਗ ਵਿੱਚ ਜਾ ਕੇ ਬੈਠੀਏ ਤੇ ਉਹਨਾਂ ਦੀਆਂ ਅਵਰੀਤਾਂ ਹੋਰ ਹੀ ਰੀਤਾਂ ਨੇ, ਸੰਸਾਰੀ ਨਹੀਂ ਹਨ। ਉਹ ਕਹਿੰਦੇ ਸੰਸਾਰੀ ਰੀਤੀਆਂ ਵਿੱਚ ਤਾਂ ਤੁਸੀਂ ਵਿਚਰੀ ਆਏ ਹੋ, ਆਓ ਕੁਝ ਸਮਾਂ ਅਵਰਾ ਰੀਤਾਂ ਦੀ ਬਾਤ ਕਰੀਏ ਜਿਹੜੀਆਂ ਪਰਮੇਸ਼ਰ ਨਾਲ ਮਿਲਾਉਂਦੀਆਂ। ਇਹੋ ਜਿਹੇ ਰੱਬ ਦੇ ਪਿਆਰਿਆਂ ਤੋਂ, ਨਿਰੰਕਾਰ ਦੇ ਪਿਆਰਿਆਂ ਤੋਂ ਬਲਿਹਾਰ ਜਾਈਏ। ਹਉ ਬਲਿਹਾਰੀ ਸਾਜਨਾ ਨੀਤਾ ਅਵਰੀਤਾ। ਜਿਨ੍ਹਾਂ ਮਿੱਤਰਾਂ ਦੀਆਂ ਸੰਸਾਰ ਦੇ ਜੀਆਂ ਨਾਲੋਂ ਨਿਰਾਲੀਆਂ ਰਹੁ ਰੀਤੀਆਂ ਨੇ, ਮਿਲਦੇ ਹੀ ਨਹੀਂ ਸੰਸਾਰੀਆਂ ਦੇ ਨਾਲ। ਭਗਤਾਂ ਤੈ ਸਹਿਸਾਰੀਆਂ ਜੋੜ ਕਦੇ ਨਾ ਆਇਆ। ਉਹਨਾਂ ਰੱਬ ਦੇ ਪਿਆਰਿਆਂ ਤੋਂ ਮੈਂ ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ। ਇਹੋ ਤਨ ਜਿਨ ਸਿਓ ਗਾਡਿਆ ਮਨ ਲੀੜਾ ਦਿੱਤਾ। ਮੈਂ ਆਪਣਾ ਇਹ ਤਨ ਉਹਨਾਂ ਦੇ ਚਰਨਾਂ ਵਿੱਚ ਗਾਡਿਆ ਦਾ ਮਤਲਬ ਹੈ ਵੀ ਸਮਰਪਣ ਕਰਦੇ ਆ। ਇਹ ਤਨ ਉਹਨਾਂ ਦੀ ਸੇਵਾ ਵਿੱਚ ਹੀ ਲਾ ਦਿਆਂ। ਇਹੋ ਤਨ ਜਿਨ ਸਿਓ ਗਾਡਿਆ, ਮੈਂ ਇਹ ਤਨ ਉਹਨਾਂ ਦੀ ਸੇਵਾ 'ਚ ਗੱਡ ਦਿਆਂ, ਲਾ ਦਿਆਂ। ਮਨ ਲੀੜਾ ਦਿੱਤਾ, ਕਹਿੰਦੇ ਮੈਂ ਆਪਣਾ ਮਨ ਉਹਨਾਂ ਨੂੰ ਦੇ ਕੇ ਤੇ ਬਦਲੇ ਵਿੱਚ ਉਹਨਾਂ ਦੇ ਪ੍ਰੇਮ ਭਾਵ ਨੂੰ ਲੈ ਕੇ ਆਪਣੇ ਇਸ ਮਨ ਨੂੰ ਰੰਗ ਲਿਆ। ਹਾਂਜੀ, ਲਿਆ ਤਾ ਦੀਆ ਮਾਨ ਜਿਨ ਸਿਓ ਸੇ ਸੱਜਣ ਕਿਉ ਵਿਸਰਹਿ। ਜਿਨ੍ਹਾਂ ਦੇ ਕੋਲ ਜਾ ਕੇ ਮਾਣ ਦਿੱਤਾ ਲਿਆ, ਵੀ ਜਿੰਨਾ ਮਾਣ ਦਿੱਤਾ ਉਹਨਾਂ ਨੂੰ, ਉਹਨਾਂ ਨੇ ਦੁੱਗਣਾ ਚੌਗਣਾ ਕਰਕੇ ਮੋੜ ਦਿੱਤਾ। ਤੇ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਦਿੱਤਾ, ਜਿਨ੍ਹਾਂ ਰੱਬ ਦੇ ਪਿਆਰਿਆਂ ਸਾਨੂੰ ਇੰਨਾ ਸਤਿਕਾਰ ਦਿੱਤਾ, ਸਾਨੂੰ ਇਹ ਸੰਸਾਰ ਵਿੱਚ ਜੀਵਨ ਦਾ ਤੌਰ ਤਰੀਕਾ ਦੱਸ ਦਿੱਤਾ, ਕੀੜਿਆਂ ਵਾਂਗੂ ਜੀਵਨ ਵਾਲੀ ਜ਼ਿੰਦਗੀ ਵਿੱਚੋਂ ਸਾਨੂੰ ਕੱਢ ਕੇ ਬਾਦਸ਼ਾਹੀ ਤਖਤਾਂ ਤੇ ਬਿਠਾ ਦਿੱਤਾ। ਇਹੋ ਜਿਹੇ ਰੱਬ ਦੇ ਪਿਆਰੇ ਮੇਰੇ ਹਿਰਦੇ ਚੋਂ ਕਿਉਂ ਵਿਸਰਨ? ਇਹੋ ਜਿਹੇ ਸੱਜਣ ਮੈਨੂੰ ਕਿਉਂ ਵਿਸਰਨ ਜਿਨ੍ਹਾਂ ਨੇ ਸਾਨੂੰ ਇਹ ਮਾਣ ਦਿੱਤਾ। ਲਿਆ ਤਾਂ ਦੀਆ ਮਾਨ ਜਿਨ ਸਿਓ ਸੇ ਸੱਜਣ ਕਿਉਂ ਵਿਸਰਹਿ। ਉਹ ਸੱਜਣ ਸਾਡੇ ਹਿਰਦੇ ਚੋਂ ਕਿਉਂ ਵਿਸਰਨ ਜਿਨ੍ਹਾਂ ਨੇ ਸਾਨੂੰ ਇਹ ਮਾਣ ਦਿੱਤਾ, ਜਿਹੜਾ ਸਾਨੂੰ ਇਹ ਸਤਿਕਾਰ ਦਿੱਤਾ ਹੈ। ਹਾਂਜੀ, ਜਿਨ ਦਿਸ ਆਇਆ ਹੋਏ ਰਲਿਆ ਜੀ ਸੇਤੀ ਗਹਿ ਰਹਿ। ਜਿਨ੍ਹਾਂ ਦੇ ਦਿਸ ਆਇਆ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਅਭੇਦਤਾ ਦਾ ਆਨੰਦ ਬਣ ਜਾਂਦਾ ਹੈ। ਕਹਿੰਦੇ ਮੈਂ ਆਪਣੇ ਹਿਰਦੇ ਵਿੱਚ ਉਹਨਾਂ ਮਹਾਂਪੁਰਸ਼ਾਂ ਗੁਰਸਿੱਖਾਂ ਦੇ ਸੰਗ ਨੂੰ ਗ੍ਰਹਿਣ ਕਰਕੇ ਰੱਖਾਂ। ਸਗਲ ਗੁਣ ਅਵਗਣ ਨਾ ਕੋਈ ਹੋਏ ਨੀਤਾ ਨੀਤਾ। ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਨੇ ਭਾਈ, ਉਹਨਾਂ ਵਿੱਚ ਸਦਾ ਗੁਣ ਹੀ ਗੁਣ ਨੇ, ਉਹਨਾਂ 'ਚ ਕੋਈ ਔਗਣ ਨਹੀਂ ਹੈ। ਨੇਤੀ ਉਹ ਗੁਣਾਂ ਦੇ ਧਾਰ ਨਹੀਂ ਹਨ, ਨੇਤੀ ਸੰਸਾਰ ਨਾਲੋਂ ਨਿਰਾਲੇ ਰਹਿੰਦੇ ਹਨ।
ਔਰ ਉਹ ਬੇਅੰਤ ਗੁਣਾਂ ਦੇ ਸਹਿਤ ਹਨ। ਹਉ ਬਲਿਹਾਰੀ ਸਾਜਨਾ ਨੀਤਾ ਅਵਰੀਤਾ। ਮੈਂ ਬਲਿਹਾਰ ਜਾਵਾਂ ਉਹਨਾਂ ਮਹਾਂਪੁਰਸ਼ਾਂ ਤੋਂ, ਉਹਨਾਂ ਸੱਜਣਾ ਤੋਂ ਜਿਨ੍ਹਾਂ ਦੀਆਂ ਸੰਸਾਰ ਦੇ ਜੀਆਂ ਨਾਲੋਂ ਵੱਖਰੀਆਂ ਰੀਤੀਆਂ ਹਨ, ਜਿਨ੍ਹਾਂ ਦੀ ਅਵਰਾ ਰੀਤ ਹੈ, ਸੰਸਾਰ ਨਾਲੋਂ ਨਿਰਾਲੇ ਨੇ, ਦੁਨੀਆ ਦੇ ਲੋਕਾਂ ਨਾਲੋਂ ਨਿਰਾਲੇ ਨੇ। ਇਹੋ ਜਿਹੇ ਰੱਬ ਦੇ ਪਿਆਰਿਆਂ ਤੋਂ ਮੈਂ ਬਲਿਹਾਰ ਜਾਂਦਾ ਹਾਂ, ਉਹਨਾਂ ਤੋਂ ਵਾਰੇ ਵਾਰੇ ਜਾਂਦਾ ਹਾਂ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸ ਲਈਜੈ। ਇਹੋ ਜਿਹੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਗੁਣਾਂ ਦੇ ਡੱਬੇ ਨੇ, ਗੁਣਾਂ ਦੇ ਵਾਸਲਾ ਕਹਿੰਦੇ ਨੇ ਡੱਬੇ ਨੂੰ। ਕਹਿੰਦੇ ਜੇ ਭਾਈ ਤੁਹਾਨੂੰ ਗੁਣਾਂ ਦਾ ਡੱਬਾ ਮਿਲੇ, ਉਹਦੇ ਚੋਂ ਸ਼ੁਭ ਗੁਣਾਂ ਦੀ ਵਾਸ਼ਨਾ ਲਵੋ, ਕੱਢ ਕੇ ਸ਼ੁਭ ਗੁਣਾਂ ਦੀ ਸੁਗੰਧੀ ਨੂੰ ਗ੍ਰਹਿਣ ਕਰੋ। ਅਕਸਰ ਅਸੀਂ ਇਹੋ ਜਿਹੇ ਸਤਿਪੁਰਸ਼ਾਂ ਦੇ ਪਾਸ ਜਾ ਕੇ ਵੀ ਔਗਣ ਵੇਖਣ ਲੱਗ ਪੈਂਦੇ ਹਾਂ, ਉੱਥੇ ਵੀ ਕਮੀਆਂ ਖਾਮੀਆਂ ਵੇਖਣ ਲੱਗ ਪੈਂਦੇ ਆ। ਇੱਥੇ ਆਹ ਕਮੀ ਹੈ, ਇਹਨਾਂ ਦੇ ਕੋਲ ਆਹ ਔਗਣ ਹੈ। ਮਹਾਰਾਜ ਜੀ ਕਹਿੰਦੇ ਆ ਭਾਈ, ਸੰਸਾਰ ਦੇ ਹਰ ਇੱਕ ਪ੍ਰਾਣੀ ਕੋਲ ਕੋਈ ਨਾ ਕੋਈ ਗੁਣ ਹੁੰਦਾ, ਪਰ ਰੱਬ ਦੇ ਪਿਆਰੇ ਤਾਂ ਗੁਣਾਂ ਦੇ ਡੱਬੇ ਹਨ। ਉਹਨਾਂ ਕੋਲ ਇੱਕ ਨਹੀਂ ਅਨੇਕਾਂ ਹੀ ਗੁਣ ਨੇ, ਔਰ ਉਹਨਾਂ ਦੇ ਅਨੇਕਾਂ ਗੁਣਾਂ ਵਿੱਚੋਂ ਕੁਝ ਗੁਣਾਂ ਦੀ ਸੁਗੰਧੀ ਦੀ ਵਾਸ਼ਨਾ ਤੁਸੀਂ ਵੀ ਲੈ ਲਓ। ਕਿਉਂ ਔਗਣਾਂ ਨੂੰ ਇਕੱਤਰ ਕਰਨ ਤੇ ਲੱਕ ਬੱਧਾ ਹੈ? ਗੁਣਾਂ ਨੂੰ ਗ੍ਰਹਿਣ ਕਰੋ, ਜਿੱਥੋਂ ਗੁਣ ਮਿਲੇ ਗੁਣ ਗ੍ਰਹਿਣ ਕਰ ਲਵੋ। ਜੇ ਗੁਣ ਹੋਵੇ ਹੋਵਣ ਸਾਜਨਾ ਮਿਲੇ ਸਾਜ ਕਰੀਜੈ। ਜੇ ਹੈ ਸੱਜਣ ਗੁਣ ਹੋਣ ਨਾ ਗੁਣ ਉਹਨਾਂ ਸੱਜਣਾ 'ਚ, ਤਾਂ ਉਹਨਾਂ ਨਾਲ ਮਿਲ ਕੇ ਗੁਣਾਂ ਦੀ ਸਾਂਝ ਕਰੋ। ਰੱਬ ਦੇ ਪਿਆਰਿਆਂ ਨਾਲ ਮਿਲ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਕਰੋ। ਸਾਂਝ ਕਿਵੇਂ ਪਏਗੀ? ਆਪਣੇ ਮਨ ਵਿੱਚ ਉਹਨਾਂ ਪ੍ਰਤੀ ਸਤਿਕਾਰ ਭਾਵ ਰੱਖੋਗੇ, ਬਦਲੇ 'ਚ ਗੁਣ ਪ੍ਰਾਪਤ ਹੋਣਗੇ। ਏਦਾਂ ਹੀ ਸਾਂਝ ਪੈਂਦੀ ਹੈ ਨਾ। ਹੁਣ ਸਾਡੇ ਕੋਲ ਤਾਂ ਕੋਈ ਗੁਣ ਹੈ ਨਹੀਂ ਜਿਹੜਾ ਜਾ ਕੇ ਉਹਨਾਂ ਰੱਬ ਦੇ ਪਿਆਰਿਆਂ ਨੂੰ ਦੇ ਦੇਣਾ। ਸਾਡੇ ਕੋਲ ਤਾਂ ਇੱਕੋ ਗੁਣ ਹੈ ਵੀ ਉਹਨਾਂ ਪ੍ਰਤੀ ਸਤਿਕਾਰ ਹੈ, ਭਾਵਨਾ ਹੈ। ਉਹ ਸਤਿਕਾਰ ਭਾਵ ਉਹਨਾਂ ਪ੍ਰਤੀ ਰੱਖਾਂਗੇ, ਗੁਣਾਂ ਦੀ ਸਾਂਝ ਪੈ ਜਾਏਗੀ, ਉਹ ਬਦਲੇ 'ਚ ਗੁਣ ਦੇ ਦੇਣਗੇ। ਕੋਈ ਜੁਗਤ ਮੁਕਤ ਦੱਸ ਦੇਣਗੇ ਭਜਨ ਕਰਨ ਦੀ। ਕਹਿੰਦੇ ਭਾਈ ਜੇ ਕਿਤੇ ਗੁਣ ਮਿਲਣ ਤਾਂ ਉਹਨਾਂ ਗੁਣਾਂ ਦੀ ਸਾਂਝ ਕਰ ਲਵੋ। ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗਣ ਚੱਲੀਐ। ਜਿੱਥੇ ਗੁਣ ਹੋਣ ਗੁਣਾਂ ਦੀ ਸਾਂਝ ਕਰ ਲਵੋ, ਔਰ ਗੁਣਾਂ ਨੂੰ ਇਕੱਤਰ ਕਰਕੇ ਅਵਗੁਣਾਂ ਨੂੰ ਛੱਡ ਕੇ ਤਿਆਗ ਦਿਓ। ਇੱਕ ਇੱਕ ਗੁਣ ਇਕੱਤਰ ਕਰਦਿਆਂ ਕਰਦਿਆਂ, ਇੱਕ ਇੱਕ ਔਗਣ ਤਿਆਗਦਿਆਂ ਇੱਕ ਦਿਨ ਐਸਾ ਆਵੇਗਾ ਜਿਸ ਦਿਨ ਕੇਵਲ ਗੁਣ ਹੀ ਗੁਣ ਰਹਿ ਜਾਣਗੇ, ਔਗਣ ਸਭ ਨਿਕਲ ਜਾਣਗੇ। ਇਹ ਸਾਧਨਾ ਹੈ, ਇੱਕ ਦਿਨ 'ਚ ਨਹੀਂ ਹੋ ਸਕਦੀ। ਹੋ ਸਕਦਾ ਇੱਕ ਦਿਨ ਵਿੱਚ ਹੋ ਜਾਏ, ਹੋ ਸਕੇ ਤੇ ਇੱਕ ਜਨਮ ਵੀ ਲੱਗ ਜਾਏ ਤੇ ਨਾ ਹੋਵੇ। ਕਿਉਂਕਿ ਜਿੱਥੇ ਸਾਧਨਾ ਰੁਕੀ ਹੁੰਦੀ ਹੈ ਉੱਥੋਂ ਹੀ ਅੱਗੇ ਚੱਲਦੀ ਹੈ। ਕਿਸੇ ਨੇ ਹਾਲੇ ਅੱਜ ਚੱਲਣਾ ਸ਼ੁਰੂ ਕੀਤਾ, ਕੋਈ ਚੱਲ ਕੇ ਆਇਆ ਹੋਇਆ ਸੀ, ਸਰੀਰ ਦੀ ਯਾਤਰਾ ਸਮਾਪਤ ਹੋ ਗਈ, ਅਗਲਾ ਜਨਮ ਮਿਲਿਆ, ਫਿਰ ਉੱਥੋਂ ਹੀ ਚੱਲ ਪਈ। ਇਸ ਕਰਕੇ ਵੇਖਦੇ ਆ ਵੀ ਕਈ ਅੱਜ ਆਏ, ਅੱਜ ਹੀ ਰੰਗ ਲੱਗ ਗਿਆ, ਕਈਆਂ ਨੂੰ 20-30 ਸਾਲ ਹੋ ਗਏ ਨੇ ਆਉਂਦਿਆਂ ਨਹੀਂ ਲੱਗਾ। ਪਰ ਹੋ ਸਕਦਾ ਜਿਹਨੂੰ ਅੱਜ ਆਇਆ ਅੱਜ ਹੀ ਰੰਗ ਲੱਗ ਗਿਆ, ਪਿਛਲੇ ਜਨਮ 'ਚ ਉਹਦੇ ਕਿਤਨੇ ਸਾਲ ਇਸੇ ਰੰਗ ਦੇ ਵਿੱਚ ਰੰਗਣ ਲਈ ਬਤੀਤ ਹੋਏ ਹੋਣ। ਮਹਾਰਾਜ ਜੀ ਕਹਿੰਦੇ ਭਾਈ ਜਿੱਥੇ ਗੁਣ ਹੋਵਣ ਗੁਣਾਂ ਨੂੰ ਇਕੱਤਰ ਕਰੋ, ਔਰ ਔਗਣਾਂ ਨੂੰ ਤਿਆਗਦੇ ਚਲੇ ਜਾਓ। ਸਾਂਝ ਕਰੀਜੈ ਗੁਣ ਹੈ ਕੇਰੀ। ਸਾਨੂੰ ਅੱਜ ਹਰ ਇੱਕ ਵਿੱਚ ਭੈੜਾਂ ਦਿਸਦੀਆਂ ਨੇ, ਹਰ ਇੱਕ ਵਿੱਚ ਔਗਣ ਦਿਸਦੇ ਨੇ। ਫਲਾਣੇ ਚਾਹ ਕਮੀਆਂ, ਫਲਾਣੇ ਚਾਹ ਔਗਣ ਹੈ, ਫਲਾਣੀ ਸੰਪਰਦਾ ਮਾੜੀ, ਫਲਾਣਾ ਬੰਦਾ ਮਾੜਾ, ਫਲਾਣੇ ਸਿੱਖ ਵਿੱਚ ਆ ਔਗਣ ਹੈ।
ਫਲਾਣੇ ਗਿਆਨੀ 'ਚ ਇਹ ਔਗਣ ਹੈ। ਸਾਨੂੰ ਤਾਂ ਔਗਣ ਹੀ ਦਿਸਦੇ ਆ ਨਾ, ਪਰ ਗੁਰਸਿੱਖ ਨੂੰ ਗੁਣ ਦਿਸਦੇ ਆ। ਜਿੱਥੋਂ ਗੁਣ ਮਿਲੇ ਗੁਣ ਇਕੱਤਰ ਕਰਨਾ, ਗੁਣਾਂ ਨੂੰ ਗ੍ਰਹਿਣ ਕਰਨਾ। ਸਾਂਝ ਕਰੀਜੈ ਗੁਣ ਹੈ ਕੇਰੀ, ਗੁਣਾਂ ਦੀ ਸਾਂਝ ਪਾਉਣੀ ਹੈ ਔਰ ਅਵਗੁਣਾਂ ਨੂੰ ਛੱਡ ਦੇਣਾ, ਅਵਗੁਣਾਂ ਦਾ ਤਿਆਗ ਕਰ ਦੇਣਾ। ਅੱਜ ਔਗਣ ਪਰੋਸੇ ਜਾਂਦੇ ਹਨ, ਭਾਵੇਂ ਔਗਣ ਨਾ ਵੀ ਹੋਵੇ ਨਾ ਤਾਂ ਵੀ ਗੁਣ ਨੂੰ ਵੀ ਔਗਣ ਬਣਾ ਲੈਂਦੇ ਆ ਦੁਨੀਆ ਦੇ ਲੋਕ। ਜਿਹੜਾ ਗੁਣ ਹੁੰਦਾ ਨਾ ਉਸ ਗੁਣ ਨੂੰ ਵੀ ਔਗਣ ਦਾ ਰੂਪ ਦੇ ਦਿੰਦੇ ਆ ਵੀ ਇਹ ਔਗਣ ਹੈ। ਐਸਾ ਪਰੋਸਿਆ ਜਾਂਦਾ ਅੱਜ ਕੱਲ ਸਾਡੇ ਸਮਾਜ ਵਿੱਚ। ਪਰ ਗੁਰਸਿੱਖ ਕੇਵਲ ਗੁਣਾਂ ਦੀ ਸਾਂਝ ਕਰਦੇ ਨੇ ਔਰ ਅਵਗੁਣਾਂ ਨੂੰ ਛੱਡ ਦਿੰਦੇ ਹਨ। ਪਹਿਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ। ਜਿਨ੍ਹਾਂ ਨੇ ਪਰਮੇਸ਼ਰ ਦੇ ਪ੍ਰੇਮ ਰੂਪੀ ਪਟੰਬਰ ਬਸਤਰਾਂ ਨੂੰ ਧਾਰਨ ਕਰਕੇ ਇਹੋ ਜਿਹਾ ਅਡੰਬਰ ਬਣਾਇਆ, ਪ੍ਰੇਮ ਦਾ ਪਟੋਲਾ ਆਪਣੇ ਤਨ ਤੇ ਧਾਰਨ ਕੀਤਾ, ਕਹਿੰਦੇ ਉਹਨਾਂ ਨੇ ਆਪਣਾ ਪਿੜ ਨਿਜ ਸਰੂਪ ਮੱਲ ਲਿਆ, ਯਾਨੀ ਕਿ ਆਪਣਾ ਸਰੂਪ ਉਹਨਾਂ ਨੇ ਜਿੱਤ ਲਿਆ। ਜਿਨ੍ਹਾਂ ਅੰਦਰ ਪਰਮੇਸ਼ਰ ਦਾ ਪ੍ਰੇਮ ਭਾਵ ਜਾਗਿਆ ਹੈ, ਜਿੱਥੈ ਜਾਏ ਬਹੀਐ ਭਲਾ ਕਹੀਐ ਚੋਲ ਅੰਮ੍ਰਿਤ ਪੀਜੈ। ਜਿੱਥੇ ਜਾ ਕੇ ਬਈਏ ਭਲਾ ਹੀ ਕਹੀਏ, ਮਾੜੇ ਭੈੜੇ ਬੋਲ ਨਹੀਂ ਬੋਲਣੇ। ਜਿੱਥੇ ਵੀ ਜਾਈਏ, ਜਿੱਥੇ ਵੀ ਬਈਏ ਭਲਾ ਹੀ ਕਹੀਏ। ਜਿੱਥੇ ਜਾ ਕੇ ਬੈਠ ਕੇ ਭਲਾ ਹੀ ਕਹੋਗੇ ਤਾਂ ਫਿਰ ਬਦਲੇ 'ਚ ਤੁਹਾਨੂੰ ਆਪਣੇ ਨਿਜ ਸਰੂਪ ਨੂੰ ਚਕਚੋਲ ਕੇ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ, ਅੰਦਰ ਦਾ ਟਿਕਾ ਪ੍ਰਾਪਤ ਹੋਵੇਗਾ। ਜਿੱਥੇ ਜਾ ਕੇ ਬਈਏ ਭਲਾ ਕਹੀਏ, ਔਰ ਫਿਰ ਉਹਦੇ ਬਦਲੇ 'ਚ ਉਹ ਜਿਹੜਾ ਉੱਤੇ ਜਾਲਾ ਜੰਮਿਆ ਹੋਇਆ ਨਾ ਭਰਮ ਦਾ, ਉਹ ਭਰਮ ਦੇ ਜਾਲੇ ਨੂੰ ਪਾਸੇ ਕਰਕੇ ਥੱਲੇ ਨਿਜ ਆਤਮ ਸਰੂਪ ਦੇ ਅੰਮ੍ਰਿਤ ਦੀ ਪ੍ਰਾਪਤੀ ਹੋਵੇਗੀ। ਗੁਣਾ ਕਾ ਹੋਵੇ ਵਾਸੁਲਾ ਕੱਢ ਵਾਸਲ ਈਜੈ। ਜਿੱਥੇ ਗੁਣਾਂ ਦਾ ਡੱਬਾ ਮਿਲੇ, ਭਾਵ ਗੁਣ ਮਿਲਣ, ਪਰਮੇਸ਼ਰ ਦੇ ਪਿਆਰਿਆਂ ਦਾ ਸੰਗ ਪ੍ਰਾਪਤ ਹੋਵੇ, ਉਹਨਾਂ ਦੇ ਕੋਲੋਂ ਭਾਈ ਸ਼ੁਭ ਗੁਣਾਂ ਦੀ ਵਾਸ਼ਨਾ ਲੈਣੀ ਹੈ। ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ। ਵਾਹਿਗੁਰੂ ਆਪ ਹੀ ਕਰਨ ਵਾਲਾ ਤੇ ਫਿਰ ਦੂਜੇ ਕਿਸੇ ਨੂੰ ਕੀ ਆਖੀਏ। ਉਹ ਆਪ ਕਰਨ ਵਾਲਾ ਤੇ ਫਿਰ ਕਿਸੇ ਦੂਜੇ ਨੂੰ ਕੀ ਕਹੀਏ, ਕੀ ਆਖੀਏ। ਕੋਈ ਦੂਜਾ ਕਰਤਾ ਹੋਵੇ ਤਾਂ ਕਹੀਏ ਨਾ, ਹੋਰ ਕੋਈ ਕਰਨ ਵਾਲਾ ਹੈ ਹੀ ਨਹੀਂ। ਹਾਂਜੀ, ਆਖਣ ਤਾ ਕੋ ਜਾਈਐ ਜੇ ਭੁੱਲੜਾ ਹੋਈ। ਫਿਰ ਆਖਣ ਵੀ ਉਹਨੂੰ ਜਾਈਏ ਜਿਹੜਾ ਭੁੱਲਿਆ ਹੋਵੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਜਦੋਂ ਆਪ ਹੀ ਕਰ ਰਿਹਾ, ਕਰਾ ਰਿਹਾ, ਉਹਨੂੰ ਉਹ ਭੁੱਲਦਾ ਹੈ ਹੀ ਨਹੀਂ, ਤੇ ਫਿਰ ਉਹਨੂੰ ਆਖੀਏ ਕਿਵੇਂ ਮਹਾਰਾਜ ਇੰਜ ਨਹੀਂ ਤਾਂ ਇੰਜ ਕਰ। ਆਖਣ ਤਾਂ ਉਹਨੂੰ ਚਾਹੀਦਾ ਨਾ ਜਿਹੜਾ ਭੁੱਲ ਜਾਏ। ਜਿਹੜਾ ਸਦਾ ਹੀ ਭੁੱਲ ਹੈ ਉਹਨੂੰ ਹੁਣ ਕੀ ਕਹੀਏ ਤੇ ਕੀ ਆਖੀਏ। ਜੇ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ। ਜੇ ਕੋਈ ਭੁੱਲੜਾ ਹੋਵੇ ਤੇ ਉਹਨੂੰ ਜਾ ਕੇ ਕਹੀਦਾ ਜੇ ਉਹ ਆਪ ਹੀ ਕਰਤਾ ਹੈ ਤੇ ਫਿਰ ਉਹ ਆਪ ਕਰਤਾ ਤਾਂ ਕਦੇ ਭੁੱਲਦਾ ਹੀ ਨਹੀਂ। ਜਦੋਂ ਜਿਹਨੇ ਆਪ ਕੀਤਾ ਹੋਵੇ ਉਹ ਕਿਵੇਂ ਭੁੱਲੇ, ਉਹ ਭੁੱਲ ਹੈ। ਸੁਣੇ ਦੇਖੇ ਬਾਜ ਕਹੈ ਦਾਨ ਅਣ ਮੰਗਿਆ ਦਿਵੈ। ਸੁਣੇ ਬਿਨਾ, ਦੇਖੇ ਬਿਨਾ, ਮੰਗੇ ਬਿਨਾ, ਬਿਨਾ ਆਖਿਆ, ਕਹਿੰਦੇ ਸਾਨੂੰ ਬਿਨਾ ਮੰਗਿਆ ਦਾਨ ਦੇਣ ਵਾਲਾ। ਬਹੁਤ ਕੁਝ ਅਸੀਂ ਕਦੇ ਮੰਗਿਆ ਵੀ ਆ ਕੁਝ ਸਾਨੂੰ ਮਿਲੇ ਤੇ ਮਿਲ ਰਿਹਾ ਨਾ। ਫਿਰ ਐਸੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾਤੇ ਨੂੰ ਕਿਵੇਂ ਭੁਲਾਈਏ। ਦਾਨ ਦੇ ਦਾਤਾ ਜਗ ਵਿਦਾਤਾ ਨਾਨਕਾ ਸੱਚ ਸੋਈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਦਾਨ ਦੇਣ ਵਾਲਾ, ਸਾਰੇ ਜਗਤ ਦਾ ਦਾਤਾ, ਵਿਧੀਆਂ ਸਹਿਤ ਸੰਸਾਰ ਦੀ ਰਚਨਾ ਕਰਨ ਵਾਲਾ। ਗੁਰੂ ਨਾਨਕ ਸਾਹਿਬ ਕਹਿੰਦੇ ਉਹੀ ਸੱਚ ਹੈ ਜੋ ਸदैवी ਹੈ। ਆਪ ਕਰੇ ਕਿਸ ਆਖੀਐ
ਹੋਰ ਕਰੇ ਨਾ ਕੋਈ। ਜੇ ਉਹ ਆਪ ਹੀ ਕਰਨ ਵਾਲਾ ਹੈ ਤੇ ਫਿਰ ਉਹਦੇ ਬਿਨਾ ਕੋਈ ਦੂਜਾ ਹੈ ਹੀ ਨਹੀਂ, ਤੇ ਫਿਰ ਕਿਸ ਨੂੰ ਆਖੀਏ, ਕਿਸ ਨੂੰ ਕਹੀਏ। ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਸਾਰੇ ਜਗਤ ਦਾ ਮਾਲਕ ਅਭੁੱਲ ਗੁਰੂ ਕਰਤਾਰ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹ ਗਾਵਿਆ ਸੁਣਿਆ ਸਾਡਾ ਥਾਂ ਪਵੇ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਾਧ ਸੰਗਤ ਜੀ ਬੇਨਤੀ ਹੈ ਕਿ 10 ਪਾਤਸ਼ਾਹਾਂ ਦਾ ਪਾਵਨ ਪਵਿੱਤਰ ਇਤਿਹਾਸ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਜੋ ਲੜੀਵਾਰ ਕਥਾ ਸ਼ਾਮ ਦੇ ਸਮੇਂ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਚੱਲ ਰਹੀ ਹੈ, ਉਸ ਦੀ ਸਮਾਪਤੀ ਦਾ ਮਹਾਯੱਗ 9 ਜੂਨ ਦਿਨ ਬੁੱਧਵਾਰ ਨੂੰ ਸ਼ਾਮ ਨੂੰ 5:15 ਤੋਂ 6:15 ਵਜੇ ਤੱਕ ਹੋਵੇਗੀ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਔਰ ਟੀਵੀ ਦੇ ਮਾਧਿਅਮ ਰਾਹੀਂ ਸੁਣਨ ਵਾਲੀ ਵੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ 9 ਤਰੀਕ ਨੂੰ ਸ਼ਾਮ ਨੂੰ 5:15 ਤੋਂ 6:15 ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਪਰਿਵਾਰਾਂ ਸਮੇਤ 10 ਪਾਤਸ਼ਾਹੀਆਂ ਜੀ ਦੀ ਕਿਰਪਾ ਦੇ ਪਾਤਰ ਬਣਨਾ ਹੈ। ਗੁਰੂ ਕੀਆਂ ਖੁਸ਼ੀਆਂ ਮਾਣਨੀਆਂ ਹਨ। ਪਟਿਆਲਾ ਸ਼ਹਿਰ ਦੀਆਂ ਜਿੰਨੀਆਂ ਸਭਾ ਸੁਸਾਇਟੀਆਂ ਹਨ, ਚਾਹੇ ਉਹ ਸੁਖਮਣੀ ਸੇਵਾ ਸੁਸਾਇਟੀਆਂ ਹਨ, ਹੋਰ ਜਿਤਨੇ ਵੀ ਸੰਪਰਦਾਵਾਂ ਹਨ, ਸਾਰਿਆਂ ਨੂੰ ਭਾਈ ਇੱਥੋਂ ਹੀ ਬੇਨਤੀ ਹੈ ਕਿ ਸਾਰੀ ਸੰਗਤ ਨੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ 9ਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਮਾਣਨੀਆਂ ਹਨ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।